पत्र आया सारे जथेबंदियां नूं रिटन के तौर पर, ਉਹਦਾ ਅਸੀਂ ਅੱਜ ਸਰਬਸੰਮਤੀ ਨਾਲ फैसला किया भी ਅਸੀਂ ਉਹ ਗੱਲਬਾਤ ਤੋਂ कभी भी नहीं भजे जथेबंदियां, तो कल भी ਅਸੀਂ जावांगे ਤੇ ਉਹਨਾਂ ਨਾਲ ਗੱਲਬਾਤ ਟੇਬਲ ਤੇ ਇਹੀ ਰੱਖਾਂਗੇ कि भी ਸਾਡੇ ਜਿਹੜੇ 3 ਕਾਨੂੰਨ ਨੇ ਜਿਨ੍ਹਾਂ ਤੋਂ 45 दिन तो ਉੱਪਰ ਹੋ ਚੱਲੇ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਵੀ ਇਹ ਵਾਪਸ ਕੀਤੇ ਜਾਣ, ਇਹ ਰੱਦ ਕੀਤੇ ਜਾਣ। ਇਹਦੇ ਨਾਲ ਹੀ ਜਿਹੜਾ ਅੰਦੋਲਨ ਸਾਡੇ ਚੱਲ ਰਿਹਾ ਉਹ ਜਿਉਂ ਦੇ ਤਿਉਂ ਚੱਲਦਾ ਰਹੂਗਾ। ਗੱਡੀਆਂ ਚਲਾਉਣ ਬਾਰੇ ਵੀ ਕੱਲ ਨੂੰ रेलवे मंत्री भी उत्थे बैठणगे साडी मीटिंग च, उन्हां नूं भी कहांगे भी गड्डियां चलाईयां जाण, माल गड्डियां जिहड़ियां कि ऐ लग रहा जिवें पंजाब नाल धक्का करके रुकियां होईयां ने। ते 26-27 नूं जिहड़ा ऑल इंडिया च असीं फैसला कीता होया, पंजाब दीयां सारे जथेबंदियां ट्रैक्टर ट्राली ते दिल्ली दा घराव करनगियां, ਉਹ ਵਿਉਂਤਬੰਦੀ बन चुकी आ। कल जे कोई गल साडी नहीं निबड़दी, ਉਹ ਸਾਡਾ ਜਿਉਂਦਾ ਤੋਂ 26-27 ਜਿਹੜੀ ਤਰੀਕ ਕਹੀ ਹੋਈ ਆ, ਹਜ਼ਾਰਾਂ ਟਰੈਕਟਰ ਟਰਾਲੀ ਲੱਖਾਂ 'ਚ ਕਿਸਾਨ ਆਪਣਾ ਰਾਸ਼ਨ ਨਾਲ ਲੈ ਕੇ ਟਰੈਕਟਰ ਟਰਾਲੀਆਂ 'ਚ ਤੰਬੂ ਲਾ ਕੇ ਪੱਕੇ ਤੌਰ ਤੇ ਦਿੱਲੀ ਘੇਰਨ ਤੱਕ ਜਾਣਗੇ। ਜਦ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਜਦ ਤੱਕ ਸੰਘਰਸ਼ ਉੱਥੇ ਲੜਿਆ ਜਾਊਗਾ। ਜਿਹੜੀ ਮੀਟਿੰਗ 'ਚ ਅੱਜ ਚਰਚਾ ਹੋਈ ਉਹ ਇਸ ਗੱਲ ਤੇ ਹੀ ਹੋਈ ਆ ਵੀ ਜਿਹੜੇ 3 ਕਾਨੂੰਨ ਪਹਿਲਾਂ ਵੀ ਅਸੀਂ 14 ਤਰੀਕ ਨੂੰ ਜਦੋਂ ਗਏ ਸੀ ਉਦੋਂ ਮੰਗ ਪੱਤਰ ਰੱਖਿਆ ਸੀ, ਉਹਦੇ 'ਚ ਕੋਈ ਅਮੈਂਡਮੈਂਟ ਅਸੀਂ ਕਰਨਾ ਚਾਹੁੰਦੇ ਆ। ਕੁਝ ਰਲੀਆਂ ਨਾਲ ਸਰਕਾਰ ਵੱਲੋਂ ਜਿਹੜੀਆਂ ਨਵੇਂ ਤੋਂ ਨਵੇਂ ਆਰਡੀਨੈਂਸ ਜਾਰੀ ਕਰਕੇ ਸਾਡੇ ਤੇ ਧੱਕਾ ਕੀਤਾ ਗਿਆ, ਉਹਦੀਆਂ ਅਸੀਂ ਨਾਲ ਅਮੈਂਡਮੈਂਟ ਜੋੜਨਾ ਚਾਹੁੰਦੇ ਆ ਮੰਗਾਂ 'ਚ। ਜਿਵੇਂ ਕਿ ਪਰਾਲੀ ਦੇ ਉੱਤੇ ਆਇਆ ਸੀ ਵੀ 1 ਕਰੋੜ ਰੁਪਏ ਦਾ ਜੁਰਮਾਨਾ ਉਹ ਜੋੜੇ ਜਾਣਗੇ। ਜਿਹੜੇ ਬੁੱਧੀਜੀਵੀਆਂ ਨੂੰ ਧਮਕਾਇਆ ਜਾ ਰਿਹਾ ਤੇ ਬੁੱਧੀਜੀਵੀਆਂ ਨੂੰ ਜਿਹੜਾ ਫੜਿਆ ਜਾ ਰਿਹਾ ਉਹਨਾਂ ਨੂੰ ਛਡਾਉਣ ਤੇ ਇਸ ਸੰਘਰਸ਼ ਬਰਾਬਰ ਲੜਿਆ ਜਾਊਗਾ। ਉਹ ਮੰਗਾਂ ਦੇ ਤੌਰ ਤੇ ਉੱਥੇ ਦੱਸਿਆ ਜਾਊਗਾ। ਤੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਸਮਾਜ ਪੰਜਾਬ ਦਾ ਆਊਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਜੇ ਉੱਥੇ ਸਰਕਾਰ ਆਪਣੀ ਮਨਸ਼ਾ ਦੇ ਹਿਸਾਬ ਨਾਲ ਸਾਡੀ ਮਨਸ਼ਾ ਦੇ ਹਿਸਾਬ ਨਾਲ ਗੱਲ ਕਰਦੀ ਆ ਤਾਂ ਉਹਦਾ ਫੈਸਲਾ 18 ਤਰੀਕ ਨੂੰ ਮੀਟਿੰਗ ਰੱਖੀ ਹੋਈ ਆ, ਉਹਦੇ 'ਚ ਫੈਸਲਾ ਕੀਤਾ ਜਾਊਗਾ ਵੀ ਅਗਲੀ ਰਣਨੀਤੀ ਕੀ ਹੋਊਗੀ। ਅੱਜ ਅਸੀਂ 26-27 ਤਰੀਕ ਤੇ ਰਹਿਣਾ ਤੇ ਸਾਡੀਆਂ ਤਿਆਰੀਆਂ ਟਰੈਕਟਰ ਟਰਾਲੀਆਂ ਨਾਲ ਲੱਖਾਂ ਕਿਸਾਨ ਲੈ ਕੇ ਜਾਣ ਦੀ ਹੈਗੀ ਹੈ। ਮੰਗ ਇਹ ਹੈ ਵੀ ਕੇਂਦਰੀ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕੱਲ ਖੇਤੀ ਮੰਤਰੀ ਤੇ ਰੇਲ ਮੰਤਰੀ ਦੀ ਮੀਟਿੰਗ ਆ ਤੁਹਾਡੇ ਨਾਲ, ਇਹ ਤਕਰੀਬਨ ਕਲੀਅਰ ਹੈ ਵੀ ਉਹ ਦੋਨਾਂ ਕੋਲ ਕੋਈ ਅਧਿਕਾਰ ਨਹੀਂ ਹੋਊਗਾ ਖੇਤੀ ਕਾਨੂੰਨ ਰੱਦ ਕਰਨ ਦਾ। ਤੁਹਾਨੂੰ ਕਹਿ ਦਿੰਦੇ ਤੁਸੀਂ ਕਿੱਥੋਂ ਤੱਕ ਸੋਚਿਆ ਵੀ ਤੁਹਾਨੂੰ ਉਹ ਭਰੋਸਾ ਦੇਣਗੇ ਤੇ ਤੁਸੀਂ ਆਪਣੇ ਅੰਦੋਲਨ ਨੂੰ ਕਿਤੇ ਰੋਕ ਲਓ। ਇੰਨਾ ਆਪਾਂ ਸਾਰੇ ਇੱਥੇ ਜਾਣਦੇ ਆ, ਜਥੇਬੰਦੀਆਂ ਵੀ ਜਾਣਦੀਆਂ, ਅੱਜ ਵਿਚਾਰ ਵੀ ਹੋਇਆ ਵੀ ਇੱਕ ਮੀਟਿੰਗ 'ਚ ਕਿਤੇ ਇਹ ਰੱਦ ਕਰਨ ਤੱਕ ਨਹੀਂ ਗੱਲ ਪਹੁੰਚ ਸਕਦੀ। ਪ੍ਰਾਇਮਰੀ ਮੀਟਿੰਗ ਇਹਨੂੰ ਆਪਾਂ ਕਹਿ ਸਕਦੇ ਹਾਂ। ਸਾਡੀ ਸ਼ਰਤ ਸੀ ਵੀ ਘੱਟੋ ਘੱਟ ਉਹ ਸ਼ਖਸ ਬੈਠਣ ਮੰਤਰੀ ਲੈਵਲ ਦੇ ਜਿਹੜੀਆਂ ਪਾਰਲੀਮੈਂਟ 'ਚ ਬੈਠਦੇ ਨੇ ਕਾਨੂੰਨ ਬਣਾਉਂਦੇ ਨੇ ਉਹੀ ਲਾ ਸਕਦੇ ਨੇ। ਜਿਵੇਂ ਕਿ ਰਾਜਨਾਥ ਸਿੰਘ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਕੋਲ ਆਉਣਾ ਉਹਨਾਂ ਨੇ, ਪਰ ਲੈਟਰ ਜਿਹੜਾ ਆਇਆ ਉਹ 2 ਮੰਤਰੀਆਂ ਦਾ ਵੱਖਰਿਆਂ ਦਾ ਆਇਆ, ਐਗਰੀਕਲਚਰ ਮੰਤਰੀ ਦਾ ਤੇ ਰੇਲ ਮੰਤਰੀ ਦਾ। ਅਸੀਂ ਤਾਂ ਵੀ ਸਵੀਕਾਰ ਕਰ ਲਿਆ ਵੀ ਜੋ ਵੀ ਮੰਤਰੀ ਨਾਲ ਗੱਲ ਕਰਾਂਗੇ ਘੱਟੋ ਘੱਟ ਅਸੀਂ ਆਵਾਜ਼ ਆਪਣੀ ਉੱਥੇ ਤੱਕ ਪਹੁੰਚਾਉਣ 'ਚ ਸਫਲ ਹੋਵਾਂਗੇ ਤੇ ਉਹਨਾਂ ਨਾਲ ਆਪਣੀ ਰਾਏ ਰੱਖ ਕੇ ਜਾਵਾਂਗੇ ਵੀ ਤੁਹਾਡੇ ਕਾਨੂੰਨ ਕਿਹੜੀ ਗੱਲੋਂ ਇਹ ਗਲਤ ਨੇ। ਇੱਕ ਕਾਨੂੰਨ ਜਿਹੜਾ ਦੱਸਿਆ ਜਾਊਗਾ ਜਿਹੜਾ ਸੈਂਟਰ ਸਰਕਾਰ ਨੇ ਸਟੇਟ ਦੇ ਹੱਕ ਖੋਏ ਨੇ ਕਾਨੂੰਨ ਬਣਾਉਣ ਦੇ ਵਿੱਚ, ਉਹ ਤੇ ਵਿਚਾਰ ਦਿੱਤੇ ਜਾਣਗੇ। ਜੇ ਭਾਈ ਜੀ ਜੇ ਉਹ ਇਹ ਫੈਸਲਾ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਦਾ ਜਿਵੇਂ ਬਿਆਨ ਆ ਰਿਹਾ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ ਤੇ ਆਪਣੀ ਮੰਗ ਇਸੇ ਦੇ ਖੜੀ ਕਾਨੂੰਨ ਵਾਪਸ, ਜੇ ਉਹ ਕੱਲ ਨੂੰ ਇਹ ਕਹਿੰਦੇ ਨੇ ਕਿ 26-27 ਵਾਲਾ ਧਰਨਾ ਰੋਕ ਦਿਓ, ਉਸ ਤੋਂ ਬਾਅਦ ਗੱਲ ਕਰਾਂਗੇ, ਫਿਰ ਆਪਣਾ ਫੈਸਲਾ ਕੀ? ਨਹੀਂ, ਉਹ ਨਹੀਂ। ਅੱਜ ਵੀ ਕੋਈ ਫੈਸਲਾ ਇਹ ਨਹੀਂ ਹੋਇਆ ਵੀ ਕੋਈ ਅਸੀਂ ਟੂਲ ਪਲਾਜ਼ਾ ਦੇ ਘੇਰੇ ਜਾਂ ਰਿਲਾਇੰਸ ਦੇ ਜੇ ਮਾਲ ਘੇਰੇ ਹੋਏ ਨੇ ਉਹ ਜਿਉਂ ਦੇ ਤਿਉਂ ਚੱਲਦੇ ਪਏ ਨੇ। ਰੇਲਵੇ ਲਾਈਨਾਂ ਤੋਂ ਉੱਠ ਕੇ ਪਲੇਟਫਾਰਮ ਤੇ ਆ ਗਿਆ, ਪਲੇਟਫਾਰਮ ਤੋਂ ਉੱਠ ਕੇ ਪਾਰਕਾਂ 'ਚ ਉਸ ਘਰ ਸਾਡੇ ਜਿਉਂ ਦੇ ਤਿਉਂ ਚੱਲ ਰਹੇ ਨੇ। ਸਿਰਫ ਗੱਲਬਾਤ ਲਈ ਕਿਤੇ ਇਹ ਨਾ ਹੋਵੇ ਵੀ ਸਰਕਾਰਾਂ ਇਹ ਸਮਝਣ ਜਾਂ ਲੋਕ ਸਮਝਣ ਵੀ ਜਥੇਬੰਦੀਆਂ ਗੱਲਬਾਤ ਲਈ ਤਿਆਰ ਨਹੀਂ, ਤਾਂ ਗੱਲਬਾਤ ਕਰਨ ਲਈ ਕੱਲ ਹੀ ਜਾ ਰਹੇ ਹਾਂ। ਪਹਿਲਾਂ ਤੁਸੀਂ ਕਹਿ ਦਿੱਤਾ ਚੰਡੀਗੜ੍ਹ ਮਨਾ ਕਰ ਦਿੱਤਾ ਉਹ ਨਹੀਂ ਦਿੱਤੀ ਜਾ ਰਹੀ ਹੈ। ਪਹਿਲਾਂ ਤੁਸੀਂ ਕਹਿੰਦੇ ਸੀ ਚੰਡੀਗੜ੍ਹ ਮੀਟਿੰਗ ਨਹੀਂ
ਅੱਜ ਸਾਡੀ ਸਰਬਸੰਮਤੀ ਨਾਲ ਫੈਸਲਾ ਹੋ ਗਿਆ ਵੀ ਅਸੀਂ ਦਿੱਲੀ ਮੀਟਿੰਗ ਤੇ ਜਾਵਾਂਗੇ। ਨਹੀਂ, ਉਹ ਕੱਲ ਦੀ ਤਿਆਰੀ ਜਿਹੜੀ ਅਸੀਂ ਕਰਨੀ ਆ ਡਰਾਫਟਿੰਗ, ਉਹ ਆਪਣੇ ਕਾਗਜ਼ ਤਿਆਰ ਕਰ ਲਈ ਸੀ। ਇੱਥੋਂ ਜਥੇਬੰਦੀ ਵੱਲੋਂ ਪਰਮਿਸ਼ਨ ਲੈ ਕੇ ਗਏ ਨੇ, ਜਿਹੜੇ ਉਹਨਾਂ ਨੇ ਕੱਲ ਕਾਗਜ਼ ਤਿਆਰ ਕਰਕੇ ਜਿਹੜੀ ਤੇ ਫੈਸਲਾ ਹੋ ਗਿਆ, ਜਿਹੜਾ ਉਹਨਾਂ ਨੇ ਪੇਪਰ ਤਿਆਰ ਕੀਤਾ ਸੀ, ਉਹ ਫੈਸਲਾ ਹੋਣ ਤੋਂ ਬਾਅਦ ਕੁਝ ਅਮੈਂਡਮੈਂਟਸ ਨੇ, ਕੁਝ ਮੰਗਾਂ ਨੇ ਜਿਹੜੀਆਂ ਹੋਰ ਐਡ ਕਰਨੀਆਂ ਨੇ, ਉਹ ਆਪਦੀ ਤਿਆਰੀ ਕਰਨ ਲਈ ਗਏ। ਦਿੱਲੀ ਪੁਲਿਸ ਕਰਕੇ ਹੈ ਉਹਨਾਂ ਨੇ ਮਨਾ ਕਰਤਾ ਹੈ ਮੀਟਿੰਗ ਚ ਜਾਣ ਦਾ। ਉਹਨਾਂ ਦਾ ਮਾਮਲਾ, ਉਹ ਜਥੇਬੰਦੀਆਂ ਸਾਡੇ ਨਾਲ ਤਾਲਮੇਲ ਸੀਗੀਆਂ, ਉਹ ਉਹਨਾਂ ਦਾ ਨਿੱਜੀ ਫੈਸਲਾ। ਜਿਹੜੀਆਂ 30 ਜਥੇਬੰਦੀਆਂ ਇੱਥੇ ਬੈਠੀਆਂ, ਉਹਨਾਂ ਦਾ ਫੈਸਲਾ ਕੱਲ ਜਾਣ ਦਾ। ਦਿੱਲੀ ਪੁਲਿਸ ਨੇ ਮਨਾ ਕਰ ਦਿੱਤਾ ਕਿ 26 ਨੂੰ ਧਰਨਾ ਨਹੀਂ, ਜੋ ਪਰਮਿਸ਼ਨ ਨਹੀਂ ਦਿੱਤੀ। ਕੋਈ ਨਾ ਅਸੀਂ ਵਧਾਂਗੇ, ਤਾਂ ਅਸੀਂ ਵਧਾਂਗੇ। ਕੱਲ ਪ੍ਰਧਾਨ ਮੰਤਰੀ ਜਦੋਂ ਸਪੀਚ ਸੀ ਉਦੋਂ ਇੰਨਾ ਇਕੱਠ ਸੀਗਾ, ਤਾਂ ਕਿਸਾਨਾਂ ਨੂੰ 26 ਨੂੰ ਧਰਨੇ ਨਾਲ ਤੋਂ ਕਿਉਂ ਮਨਾ ਕਰ ਦਿੱਤਾ? ਕਿਉਂ ਕਿਹਾ ਗਿਆ ਕਿ ਕੋਵਿਡ ਫੈਲ ਸਕਦਾ ਹੈਗਾ? ਇਹ ਸਰਕਾਰ ਦੀਆਂ ਰਣਨੀਤੀਆਂ ਹੁੰਦੀਆਂ ਨੇ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ, ਪਰ ਸਾਡੀ ਤਿਆਰੀ ਪੂਰੀ ਆ। ਅਸੀਂ ਪਹਿਲਾਂ ਉੱਥੇ ਦੁਸਹਿਰਾ ਗਰਾਊਂਡ ਦੇ ਵਿੱਚ ਪਰਮਿਸ਼ਨ ਮੰਗੀ ਸੀ, ਪਹਿਲਾਂ ਦੇਤੀ ਤੇ ਬਾਅਦ 'ਚ ਉਹਨਾਂ ਨੇ ਕੈਂਸਲ ਕਰਤੀ। ਜੇਕਰ ਕੱਲ ਨੂੰ ਤੁਹਾਨੂੰ ਬਾਈ ਜੀ ਕੋਈ ਭਰੋਸਾ ਲੱਗਦਾ ਹੈ ਤੇ ਦੂਏ ਪਾਸੇ ਆਪਾਂ 26/27 ਨੂੰ ਪੂਰੇ ਦੇਸ਼ ਦਾ, ਕੱਲ ਪੰਜਾਬ ਨੂੰ ਇਹ ਕਿਉਂ ਬੁਲਾਇਆ? ਸਾਰੇ ਦੇਸ਼ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਕਿਉਂ ਨਹੀਂ ਬੁਲਾਏ? ਕੀ ਲੱਗਦਾ ਇਹਦੇ ਪਿੱਛੇ ਕੋਈ ਮਨਸ਼ਾ ਹੈ? ਉਹਨਾਂ ਸੈਂਟਰ ਵਾਲੇ ਇਹ ਜਿਹੜਾ ਲੜਾਈ ਪਹਿਲਾਂ ਪੰਜਾਬ ਨੇ ਸ਼ੁਰੂ ਕੀਤੀ ਸੀ, ਪੰਜਾਬ ਆਪਣੀ ਲੜਾਈ ਲੈ ਕੇ ਅੱਗੇ ਗਿਆ। ਅਸੀਂ ਜਿਹੜੀਆਂ ਹਿੰਦੁਸਤਾਨ ਲੈਵਲ ਦੀਆਂ, ਭਾਰਤ ਲੈਵਲ ਦੀਆਂ ਜਿਹੜੀਆਂ ਜਥੇਬੰਦੀਆਂ ਬਣਾਈਆਂ, ਉਹਨਾਂ ਤੋਂ ਪੁੱਛ ਕੇ ਹੀ ਜਾ ਰਹੇ ਹਾਂ, ਉਹਨਾਂ ਦੀ ਸਹਿਮਤੀ ਨਾਲ ਉੱਥੇ ਜਾ ਰਹੇ ਹਾਂ ਮੀਟਿੰਗ ਕਰਨ, ਵੀ ਪਹਿਲ ਦੇ ਆਧਾਰ ਤੇ ਅਸੀਂ ਆਪਣੀ ਮੀਟਿੰਗ ਕਰੋ। ਬਾਅਦ 26/27 ਤੋਂ ਬਾਅਦ ਉਹਨਾਂ ਦੇ ਦੌਰ ਉਹਨਾਂ ਦੇ ਹੱਥ 'ਚ ਆ ਜਾਊਗਾ, ਫਿਰ ਉਹ ਜਿਹੜੀਆਂ ਅਸੀਂ ਕਮੇਟੀਆਂ ਉੱਪਰ ਬਣਾਈਆਂ ਨੇ, ਉਹ ਫੈਸਲਾ ਲੈਣਗੇ। ਸਾਨੂੰ ਇਸ ਬਾਰੇ ਕੋਈ ਕਲੀਅਰ ਗੱਲ ਨਹੀਂ, ਇਸ ਮੈਟਰ ਦੀ ਕੋਈ ਗੱਲ ਨਹੀਂ। ਤੇ ਜਿਹੜੀ ਦੀਵਾਲੀ ਆ, ਉਹ ਦੀਵਾਲੀ ਵਾਲੇ ਦਿਨ ਅਸੀਂ ਮਸ਼ਾਲ ਜਗਾ ਕੇ ਉਹ ਦੀਵਾਲੀ ਮਨਾਵਾਂਗੇ, ਮਸ਼ਾਲਾਂ ਜਗਾ ਕੇ। ਤੇ ਗੰਨੇ ਦਾ ਜਿਹੜਾ ਮੁੱਲ ਹਰਿਆਣੇ ਨੇ ਵਧਾਇਆ, ਪੰਜਾਬ ਵੱਲੋਂ ਬਿਲਕੁਲ ਵੀ ਨਹੀਂ ਵਧਾਇਆ ਗਿਆ। ਪਿਛਲੀ ਪੇਮੈਂਟਾਂ ਵੀ ਰਹਿੰਦੀਆਂ ਨੇ, ਜਿਹੜਾ ਕਿ ਇੰਟਰਸਟ ਸਮੇਤ ਅਸੀਂ ਅੱਜ ਮੰਗ ਕਰਦੇ ਹਾਂ ਪੂਰਜੋਰ ਵੀ ਉਹ ਇੰਟਰਸਟ ਸਮੇਤ ਪੁਰਾਣੀ ਪੇਮੈਂਟ ਦਿੱਤੀ ਜਾਵੇ। ਤੇ 310 ਰੁਪਏ ਜਿਹੜਾ ਰੇਟ ਆ, ਹਰਿਆਣੇ ਦੇ ਵਿੱਚ 340 ਸੀ, ਉਹ 350 ਕੀਤਾ ਗਿਆ। ਤੇ ਸਾਡਾ ਘੱਟੋ ਘੱਟ 520 ਰੁਪਏ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਕੀਤਾ ਜਾਵੇ। ਜਿਹੜੀਆਂ ਰੇਲ ਗੱਡੀਆਂ ਵਾਲੀ ਕਰਦੇ ਆ, ਟਰੈਕ ਛੱਡਣ ਵਾਲੀ ਗੱਲ ਸੀ, ਤੇ ਉਹ ਜੇ ਮਾਲ ਗੱਡੀਆਂ ਨਹੀਂ ਚੱਲਦੀਆਂ, ਨਹੀਂ ਕੱਲ ਉਹ ਤੁਹਾਨੂੰ ਦਿੰਦੇ ਕੋਈ ਕਿਸੇ ਤਰ੍ਹਾਂ ਦਾ ਭਰੋਸਾ, ਤੇ ਉਹ ਅਗਲਾ ਪ੍ਰੋਗਰਾਮ ਕੀ ਹੋਊਗਾ? ਰੇਲ ਗੱਡੀਆਂ ਦੇ ਟਰੈਕ ਤੇ ਬੈਠਣ ਦਾ ਜਾਂ ਨਾ ਬੈਠਣ? ਦੇਖੋ, ਅਸੀਂ ਜਦੋਂ ਟਰੈਕ ਤੋਂ ਉੱਠੇ ਸੀ, ਅਸੀਂ ਆਪਣੇ ਪੰਜਾਬ ਦੇ ਵਪਾਰੀਆਂ ਖਾਤਰ ਉੱਠੇ ਸੀ, ਅਸੀਂ ਆਪਦੀਆਂ ਮੰਗਾਂ ਖਾਤਰ, ਪੰਜਾਬ ਦੀ ਮੰਗਾਂ ਖਾਤਰ ਉੱਠੇ ਸੀ। ਵੀ ਜਿਹੜਾ ਪੰਜਾਬ 'ਚ ਵਪਾਰੀ ਸੀ, ਉਹ ਵਪਾਰੀ ਮੰਡਲ ਇਹ ਕਹਿ ਰਹੇ ਸੀ ਵੀ ਕਿਸਾਨਾਂ ਦੇ ਜ਼ਿੰਮੇ ਲਾ ਰਿਹਾ ਸੀ। ਅਸੀਂ ਪਲੇਟਫਾਰਮ ਤੇ ਆ ਗਏ, ਤਾਂ ਵੀ ਸਰਕਾਰ ਨੇ ਆਪਣੀ ਜਿੱਦ ਨਹੀਂ ਛੱਡੀ, ਨਾ ਚਲਾਇਆ। ਅਸੀਂ ਮਗਲੇ ਪਾਰਕਾਂ ਚਲੇ ਗਏ, ਤਾਂ ਘੱਟੋ ਘੱਟ ਇਹ ਚੀਜ਼ ਸਾਬਤ ਹੋ ਗਈ ਆ ਵੀ ਸਰਕਾਰ ਪੰਜਾਬ ਨਾਲ ਕਿਹੋ ਜਿਹਾ ਧੱਕਾ ਕਰਨਾ ਜਾ ਰਹੀ ਆ। ਤਾਂ ਹੀ ਜਿਹੜੀ ਮੀਟਿੰਗ ਦੀ ਗੱਲ ਇੱਥੇ ਆਈ ਸੀ ਵੀ ਪੰਜਾਬ ਨਾਲ ਹੀ ਕਿਉਂ ਪਹਿਲਾਂ ਕੀਤੀ ਜਾਂਦੀ ਆ, ਪੰਜਾਬ 'ਚ ਹੀ ਰੇਲਾਂ ਨਹੀਂ ਚੱਲ ਰਹੀਆਂ। ਕੀ ਆਪਾਂ MSP ਵਾਲੇ ਮੁੱਦੇ ਤੇ ਵੀ ਮੰਨਣ ਲਈ ਤਿਆਰ ਆ, ਜਾਂ ਕੱਲ ਨੂੰ ਲੱਗਦਾ ਕਿ ਅਸੀਂ ਸਿਰਫ ਇਸੇ ਗੱਲ ਤੇ ਰਹਿਣਾ ਕਿ ਬਿੱਲ ਵਾਪਸ ਹੋਣੇ ਚਾਹੀਦੇ ਨੇ? ਨਹੀਂ, ਬਿੱਲ ਵਾਪਸ ਦੇ ਵਿੱਚ ਪਹਿਲਾ ਮੁੱਦਾ ਹੀ MSP ਦਾ ਜੀ। ਉਹਦੇ ਵਿੱਚ ਜਿਹੜਾ MSP ਨੂੰ ਖਤਮ ਕਰ ਲਿਆ, ਬਿੱਲ ਲੈ ਕੇ ਆਉਂਦੇ ਨੇ, ਪ੍ਰਾਈਵੇਟਾਈਜੇਸ਼ਨ ਨੂੰ ਅੱਗੇ ਲੈ ਕੇ ਉਹਨੂੰ ਫੇਰ ਕਰ ਦਿੰਦੇ ਨੇ। MSP ਦਾ ਭਰੋਸਾ ਦਿੰਦੇ ਨੇ ਤਾਂ ਆਪਣੀ ਬਾਕੀ ਮੰਗਾਂ ਕਿੱਥੇ ਜਾਣਗੀਆਂ? ਨਹੀਂ, ਭਰੋਸਾ ਪਹਿਲਾਂ ਵੀ ਦੇਤਾ ਅਸੀਂ, ਜਦ ਤੱਕ ਕਾਨੂੰਨ ਨਹੀਂ ਬਣਦਾ, ਜਦ ਤੱਕ ਉਹਨੂੰ ਭਰੋਸਾ ਨਹੀਂ ਮੰਨਦੇ। ਕਾਬਲਾ ਜੀ, ਜਿਹੜਾ ਤੁਸੀਂ 26 ਤੇ 27 ਨੂੰ ਦਿੱਲੀ ਜਾਣਾ ਹੈ, ਤੇ ਪਿਛਲੀ ਵਾਰੀ ਜਿੰਨੀਆਂ ਵੀ ਇੱਥੋਂ ਰੈਲੀਆਂ ਅਲੱਗ-ਅਲੱਗ ਗਰੁੱਪਾਂ ਦੇ ਕੱਢੀਆਂ, ਉਹਨਾਂ ਨੂੰ ਹਰਿਆਣੇ ਤੇ ਉੱਤੇ ਸ਼ੰਭੂ ਬਾਰਡਰ 'ਤੇ ਰੋਕਿਆ ਜਾਂਦਾ ਹੈ। ਜਦ ਤੁਸੀਂ ਟਰਾਲੀਆਂ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਨੂੰ ਕੂਚ ਕਰੋਗੇ, ਜੇ ਹਰਿਆਣੇ ਤੋਂ ਅੱਗੇ ਨਾ ਟੱਪਣ ਦਿੱਤਾ ਗਿਆ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਜਿਹੜੇ ਲੋਕ ਇੰਨੀ ਸ਼ਾਂਤਮਈ ਤਰੀਕੇ ਨਾਲ 45-47 ਦਿਨ ਦਾ ਸੰਘਰਸ਼ ਲੜ ਸਕਦੇ ਨੇ, ਜਿਹੜੀ ਵਿਉਂਤਬੰਦੀ ਤੁਸੀਂ ਪੁੱਛਦੇ ਪਏ ਹੋ, ਉਸ ਤੋਂ ਤਗੜੀ ਵਿਉਂਤਬੰਦੀ ਨਾਲ ਜਾਵਾਂਗੇ। ਤੇ ਜੇ ਕਿਤੇ ਸੜਕਾਂ ਤੇ ਰੋਕ ਲਿਆ, ਰੇਲਾਂ ਜਾਮ 45 ਦਿਨ ਹੋ ਗਏ ਕੀਤੀਆਂ ਨੂੰ, ਤੇ ਸੜਕਾਂ ਨਹੀਂ ਚੱਲਣ ਦੇਵਾਂਗੇ। ਇਹ ਲੱਗਿਆ ਤੁਹਾਨੂੰ ਵੀ ਕੱਲ ਸਰਕਾਰ ਨੇ ਤੁਹਾਨੂੰ ਸਿਰਫ ਸਮਝਾਉਣ ਲਈ ਬੁਲਾਇਆ, ਤੇ ਅਗਲਾ ਐਕਸ਼ਨ ਪ੍ਰੋਗਰਾਮ ਜੇ ਹਾਲੇ ਵੀ ਸਮਝਾਉਣ ਲਈ ਸਰਕਾਰ ਬੁਲਾ ਰਹੀ ਆ, ਤਾਂ ਅਗਲਾ ਪ੍ਰੋਗਰਾਮ ਇੱਥੇ ਆ ਕੇ ਨਿਯਤ ਕੀਤਾ ਜਾਊਗਾ 18 ਤਰੀਕ ਨੂੰ। 18 ਮੀਟਿੰਗ ਹੋਣੀ ਆ, ਮੀਟਿੰਗ ਦੇਸ਼ ਵਿਆਪੀ ਹੋਊਗੀ ਜਾਂ ਫਿਰ ਪੰਜਾਬ ਦੀਆਂ ਜਥੇਬੰਦੀਆਂ? ਨਹੀਂ, ਉਹ ਪੰਜਾਬ ਦੀ ਜਥੇਬੰਦੀਆਂ ਨੇ ਮੀਟਿੰਗ ਰੱਖੀ ਹੋਈ ਸੀ ਪਹਿਲਾਂ ਹੀ, ਇਹ ਤਾਂ ਵਿੱਚ ਉਹਨਾਂ ਨੇ ਸੰਦੇਸ਼ਾ ਆ ਗਿਆ, ਤਾਂ ਅੱਜ ਆਪਾਂ ਸਪੈਸ਼ਲ ਮੀਟਿੰਗ ਕੀਤੀ ਆ। ਤੇ ਕੱਲ ਨੂੰ ਜਾਣ ਦੇ ਫੈਸਲੇ ਬਾਰੇ, ਤੇ ਕੱਲ ਨੂੰ ਕੀ ਉੱਥੇ ਅਸੀਂ ਆਪਣਾ ਗੱਲਾਂ ਰੱਖੀਏ, ਉਹਦੇ ਬਾਰੇ ਵਿਚਾਰ ਕੀਤਾ ਗਿਆ। ਕਿਉਂਕਿ ਪਹਿਲਾਂ ਹੀ ਸਮਾਂ ਬਹੁਤ ਘੱਟ ਸੀ, ਆਪਾਂ ਸਾਰੇ ਜਾਣਦੇ ਆ ਇਹ ਬਹੁਤ ਵੱਡੀ ਪ੍ਰੋਬਲਮ ਆ। 3 ਲਾਅ ਦੇ ਉੱਤੇ ਇੱਕ ਗੱਲ ਲਾਈਨ ਲਿਖਣੀ ਇੰਨੇ ਛੋਟੇ ਸਮੇਂ ਦੇ ਵਿੱਚ ਇੰਨਾ ਜਲਦੀ ਨਹੀਂ ਹੋ ਸਕਦਾ। ਤਾਂ ਵੀ ਅਸੀਂ ਆਪਣੇ ਸੀਨੀਅਰ ਲੀਡਰ ਲਾਏ ਹੋਏ ਨੇ, ਉਹ ਵਧੀਆ ਤਰੀਕੇ ਨਾਲ ਕੇਸ ਪੁੱਟ ਕਰਨ ਉੱਥੇ ਜਾਣਗੇ। ਸਰਕਾਰ ਦੇ ਖਿਲਾਫ ਵੀ ਕੋਈ ਧਰਨਾ ਦੇਣ ਦੀ ਗੱਲ ਜਿਹੜੀ ਸੀ ਉਹ ਸਾਹਮਣੇ ਆਇਆ? ਨਹੀਂ,
ਅੱਗੇ ਕੋਈ ਨਹੀਂ ਹਾਲੇ ਲੜਾਈ ਸਾਡੀ ਸੈਂਟਰ ਨਾਲ ਨਹੀਂ ਮੁੱਕੀ ਹੈਗੀ, ਸਰਕਾਰ ਨਾਲ ਤਾਂ ਜਿਹੜੀ ਚੱਲਦੀ ਆ ਗੰਨੇ ਦੇ ਵਿੱਚ ਲੜ ਪੈਣੀ ਹੈ, ਕਿਉਂਕਿ ਪਿਛਲੀ ਪੇਮੈਂਟ ਨਹੀਂ ਦਿੱਤੀ ਇਹਨਾਂ ਨੇ। ਜੋ ਹਾਲਾਤ ਇਹ ਕਰ ਰਹੇ ਆ ਕਿਸਾਨੀ ਦੀ ਰਲ ਕੇ ਸੈਂਟਰ ਸਰਕਾਰ ਤੇ ਸਟੇਟ ਸਰਕਾਰ ਤੁਹਾਡੇ ਸਾਹਮਣੇ ਹੀ ਹੈ। ਮੁੱਖ ਮੰਤਰੀ ਸਾਹਿਬ ਤੇ ਤੁਹਾਨੂੰ ਇਹ ਵੀ ਅਪੀਲ ਕਰ ਰਹੇ ਆ ਵੀ ਜੇ ਮਾਲ ਗੱਡੀਆਂ ਛੱਡੀਆਂ ਤੁਸੀਂ ਤੇ ਪੈਸੰਜਰ ਗੱਡੀਆਂ ਵੀ ਛੱਡ ਦਿਓ, ਉਹ ਅਪੀਲ ਬਾਰੇ ਕੋਈ ਫੈਸਲਾ ਕੀਤਾ ਹੈ? ਨਹੀਂ, ਮੈਂ ਇਹ ਨਹੀਂ ਗੱਲ ਸਮਝ ਰਿਹਾ ਵੀ ਸਰਕਾਰਾਂ ਸਾਨੂੰ ਅਪੀਲ ਕਰ ਰਹੀਆਂ ਨੇ ਅਸੀਂ ਛੱਡੀ ਜਾਈਏ। ਅੱਗੇ ਪੰਪ ਵਾਲੇ ਆ ਗਏ ਸੀ, ਉਹ ਪੰਪਾਂ ਨੂੰ ਆਪਾਂ ਛੱਡਤੇ ਨੇ, ਡੀਲਰ ਸੀਗੇ, ਤੇ ਫਿਰ ਸੰਘਰਸ਼ ਕਿਹੜੇ ਰਾਹ ਤੇ ਲੜਾਂਗੇ? ਅਸੀਂ ਇੱਕ ਸਟੈਪ ਪਿੱਛੇ ਹਟੇ ਸੀ ਵੀ ਸਰਕਾਰ ਇੱਕ ਸਟੈਪ ਮੂਹਰੇ ਆਵੇ, ਤੇ ਉਹ ਸਰਕਾਰ ਤਾਂ ਇੱਕ ਵੀ ਸਟੈਪ ਵੀ ਮੂਹਰੇ ਨਹੀਂ ਆ ਰਹੀ। ਕੱਲ੍ਹ ਦੀ ਮੀਟਿੰਗ ਤੋਂ ਬਾਅਦ ਇਹ ਵਿਚਾਰ ਕੀਤੇ ਜਾਣਗੇ ਵੀ ਸਰਕਾਰ ਅੱਗੇ ਆ ਰਹੀ ਹੈ ਗੱਲਬਾਤ ਕਰਨ, ਜਾਂ ਉਹ ਜਿਉਂ ਦੀ ਤਿਉਂ ਹੀ ਆਪਣੀ ਅੜੀ ਤੇ ਖੜੀ ਹੋਈ ਹੈ। ਸਰ ਕੱਲ ਦੀ ਮੀਟਿੰਗ ਦੇ ਵਿੱਚ ਕਿਹੜੇ ਕੇਂਦਰੀ ਮੰਤਰੀ ਸ਼ਾਮਲ ਹੋ ਸਕਦੇ ਆ ਹੁਣ ਲੱਗਦਾ? ਹਾਲੇ ਤੱਕ ਜਿਹੜਾ ਰਿਟਰਨ ਆਇਆ ਜੀ ਉਹ ਐਗਰੀਕਲਚਰ ਮੰਤਰੀ ਆ ਤੇ ਦੂਸਰਾ ਆਪਣਾ ਰੇਲਵੇ ਮੰਤਰੀ ਸ਼ਾਮਲ ਹੋਣਗੇ, ਜਿਹੜੇ ਦੋ ਹੈਗੇ। ਸਰ ਰਾਜਨਾਥ ਸਿੰਘ ਨੇ ਫੋਨ ਦੇ ਉੱਤੇ ਗੱਲ ਕੀਤੀ ਸੀਗੀ, ਲੀਡਰਸ਼ਿਪ 30 ਜਥੇਬੰਦੀਆਂ ਦੀ ਜਾਊਗੀ ਕੱਲ, ਲੀਡਰਸ਼ਿਪ 30 ਜਥੇਬੰਦੀਆਂ ਦੀ ਜਾਊਗੀ, ਤੇ ਸਪੋਕ ਪਰਸਨ ਸਾਥੀ ਹੋ। ਉਹੀ ਰਹਿਣਗੇ, ਦੋ ਤਿੰਨ ਅਸੀਂ ਸਿਲੈਕਟ ਕੀਤੇ, ਉਹ ਸਾਡੇ ਇੰਟਰਨਲ ਮਾਮਲਾ। ਸਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਭਰੋਸਾ ਦਿੱਤਾ ਸੀ ਕਿ ਮੀਟਿੰਗ 'ਚ ਸ਼ਾਮਲ ਹੋਣਗੇ, ਜੀ ਉਹਨਾਂ ਦਾ ਕੋਈ ਨਹੀਂ ਆਇਆ। ਰਿਟਰਨ ਤੌਰ ਤੇ ਕੋਈ ਨਹੀਂ ਆਇਆ। ਪਹਿਲਾਂ ਤੁਹਾਡੇ ਅਖਬਾਰਾਂ ਟੀਵੀ 'ਚ ਸੁਣਿਆ ਸੀ ਵੀ ਭਰੋਸਾ ਦਿੱਤਾ ਸੀ ਸਾਨੂੰ ਕਿ ਘਰੇ ਬਿਠਾ ਕੇ ਇੱਕ ਘਰੇਲੂ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਜਾਊਗੀ, ਪਰ ਰਿਟਰਨ ਤੌਰ ਤੇ ਕੋਈ ਇਹੋ ਜਿਹੀ ਗੱਲ ਨਹੀਂ। ਕਾਂਡੀ ਸਾਹਿਬ ਜਿਹੜਾ ਕੌਮੀ ਪੱਧਰ ਤੇ ਤੁਹਾਡਾ ਸਟ੍ਰੈਸ ਜਾਰੀ ਆ 22 ਸਟੇਟਾਂ ਤੇ ਤੁਸੀਂ ਮੰਨਦੇ ਹੋ, ਪਰ ਮੀਟਿੰਗ ਲਈ ਸਭ ਤੋਂ ਪਹਿਲੇ ਪੰਜਾਬ ਦੇ ਜਥੇਬੰਦੀਆਂ ਨੂੰ ਬੁਲਾਇਆ, ਉਹਦੇ ਨਾਲ ਐ ਨਹੀਂ ਲੱਗਦਾ ਕਿ ਕਿਸਾਨਾਂ ਦੇ ਵਿੱਚ ਥੋੜਾ ਰਫੜ ਪਾਉਣ ਦੀ? ਨਹੀਂ, ਕਿਸਾਨਾਂ ਦੀ ਲੱਫੜ ਪਾਉਣ ਨੂੰ ਨਹੀਂ ਕਰ ਰਹੇ, ਅਸੀਂ ਪੂਰੀ ਸਲਾਹ ਨਾਲ ਚੱਲੇ ਆ। ਪਹਿਲਾਂ ਮੈਂ ਗੱਲ ਕਹਿ ਚੁੱਕੇ ਆ, ਕਿਉਂਕਿ ਰੇਲਾਂ ਰੁਕੀਆਂ ਹੋਈਆਂ ਨੇ ਪੰਜਾਬ ਦੀਆਂ, ਤਾਂ ਸ਼ਾਇਦ ਸਾਨੂੰ ਪਹਿਲਾਂ ਬੁਲਾਇਆ ਗਿਆ ਵੀ ਇੱਥੇ ਕਿਵੇਂ ਰਾਬਤਾ ਕਾਇਮ ਕੀਤਾ ਜਾਵੇ। ਅਗਲਾ ਸਵਾਲ, ਜਿਹੜੇ ਪੰਜਾਬ ਦੇ ਮਾਲ ਬੰਦ ਕੀਤੇ ਹੋਏ ਨੇ ਰਿਲਾਇੰਸ ਵਾਲੇ, ਹੋਰ ਅੰਮ੍ਰਿਤਸਰ ਜਿਵੇਂ ਹੋਇਆ, ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਡੇ ਕੋਲ ਡੇਰੇ ਚਕਾਰੀ ਦੀ ਤਲਵਾਰ ਲਟਕਦੀ ਆ, ਉਹਨਾਂ ਬਾਰੇ ਕੀ ਸੋਚਿਆ, ਜਿਹੜੇ ਜਿਨ੍ਹਾਂ ਦਾ ਰੁਜ਼ਗਾਰ ਇਹ ਤਾਂ ਨੁਕਸਾਨ ਹੋ ਹੀ ਜਾਂਦਾ। ਮੁਲਾਜ਼ਮ ਦਾ ਜਿਹੜਾ ਨੁਕਸਾਨ ਤਾਂ ਦੇਖੋ ਜੀ, ਪਿਛਲੇ 45-47 ਦਿਨਾਂ ਤੋਂ ਕਿਸਾਨਾਂ ਦਾ ਬਹੁਤ ਹੋਇਆ। ਸਰਕਾਰ ਤਾਂ ਆਪਣਾ ਕਰਾ ਦਿੰਦੀ ਆ, ਅਸੀਂ ਕਿਹੜਾ ਵਿਹਲੇ ਸੀ ਸੜਕਾਂ ਦੇ ਘਰ ਨੂੰ, ਅਸੀਂ ਵੀ ਆਪਦਾ ਘਰੇਲੂ ਪੱਕੀਆਂ ਫਸਲਾਂ ਖੜੀਆਂ ਹੋਣ ਦੇ ਬਾਵਜੂਦ ਵੀ ਸੰਘਰਸ਼ ਲੜਦੇ ਰਹੇ। ਸਰਕਾਰਾਂ ਇਹ ਸੋਚ ਰਹੀਆਂ ਸੀ ਵੀ ਇਹ ਸਮਾਂ ਸੰਘਰਸ਼ ਦਾ ਨਹੀਂ ਹੈ, ਕਿਸਾਨ ਆਪਣਾ ਸੰਘਰਸ਼ ਬੈਕ ਲੈ ਲੈਣਗੇ, ਬੈਕਫੁੱਟ ਤੇ ਚਲੇ ਜਾਣਗੇ, ਜਿੱਥੇ ਕਿ ਹੋਰ ਵੱਧ ਚੜ ਕੇ ਆਏ ਆ। ਤੁਹਾਡੇ ਸਾਹਮਣੇ ਬਿਜਾਈ ਚੱਲਦੀ ਪਈ ਆ, ਤਾਂ ਵੀ ਸੰਘਰਸ਼ ਪੂਰਾ ਤੇਜ਼ ਹੋ ਰਿਹਾ। ਇਹ ਕਿਸਾਨਾਂ ਨੇ ਐਤਕੀ ਮਿਥ ਲਿਆ, 30 ਜਥੇਬੰਦੀਆਂ ਜਿਹੜਾ ਏਕਤਾ, ਇਹ ਲੋਕਾਂ 'ਚ ਆਵਾਜ਼ ਪਹੁੰਚਾਉਣ 'ਚ ਕਾਮਯਾਬ ਹੋ ਗਿਆ ਵੀ ਅਸੀਂ ਕਿਸਾਨੀ ਲੜਾਈ ਲੜ ਰਹੇ ਹਾਂ। ਹੈਗੀ ਹੈ ਕਿ ਸਿਰਫ ਇਹ ਜਿਹੜੀ ਗੱਲਾਂ ਬਾਤਾਂ ਇੰਨੀਆਂ ਕੀਤੀਆਂ ਜਾ ਰਹੀਆਂ ਤੇ ਨਾਲ ਹੀ ਕੋਲੇ ਦੀ ਗੱਲ ਕੀਤੀ ਹੈ, ਕੋਲਾ ਖਤਮ ਹੋ ਰਿਹਾ, ਯੂਰੀਆ ਦੀ ਕਮੀ ਤੁਹਾਨੂੰ ਕੀ ਲੱਗਦਾ ਕਿ ਵਾਕਈ ਹੈਗੀ ਹੈ ਕਿਸਾਨਾਂ ਨੂੰ? ਯੂਰੀਆ ਦੀ ਕਮੀ ਪੈ ਰਹੀ ਹੈ ਜੀ ਹੁਣ ਕਿਸਾਨਾਂ ਨੂੰ। ਅਸੀਂ ਉਹਦੇ ਮੱਦੇਨਜ਼ਰ ਹੀ, ਕੋਲੇ ਦੇ ਮੱਦੇਨਜ਼ਰ ਉਦੋਂ ਪੰਜਾਬ ਸਰਕਾਰ ਨੇ ਮੰਗ ਕੀਤੀ ਸੀ, ਉਦੋਂ ਰੇਲਾਂ ਦੇ ਪਿੱਛੇ ਹਟੇ ਸੀ। ਪਰ ਹੁਣ ਜਿਹੜੀ ਜਿੱਦਬਾਜ਼ੀ ਦਿਖਾ ਰਹੀ ਆ, ਤੁਸੀਂ ਉਹ ਪਿਕਚਰਾਈਜੇਸ਼ਨ ਦੱਸੋ ਵੀ ਸੈਂਟਰਲ ਕੀ ਕਰ ਰਹੀ ਆ। ਹੁਣ ਜਿਹੜੀ ਰੇਲਾਂ ਨਾ ਚਲਾ ਕੇ ਇੱਕ ਸਟੇਟ ਨੂੰ ਨਹੀਂ, ਘੱਟੋ ਘੱਟ 2-3 ਸਟੇਟਾਂ ਆਪਣੇ ਉੱਪਰ ਪੈਂਦੀਆਂ ਨੇ, ਜਿਨ੍ਹਾਂ ਨੂੰ ਉਹਨਾਂ ਨੂੰ ਵੀ ਨੁਕਸਾਨ ਹੋ ਰਿਹਾ ਨਾ ਟ੍ਰੇਨਾਂ ਚਲਾ ਕੇ। ਯੂਰੀਆ ਗੁਜਰਾਤ ਤੋਂ ਆਉਂਦਾ ਕਿ ਕੋਈ ਅਜਿਹੀ ਕਿਸਾਨ ਜਥੇਬੰਦੀਆਂ 'ਚ ਗੱਲ ਵੀ ਚੱਲੇਗੀ ਇਸ ਵਾਰ, ਚਾਹੇ ਘੱਟ ਝਾੜ ਹੋ ਜਾਵੇ ਆਪਾਂ ਯੂਰੀਆ ਬਾਈਕਾਟ ਵੀ ਕਰ ਸਕਦੇ, ਕੋਈ ਇਹੀ ਗੱਲ ਹੋਈ ਹੈ? ਨਹੀਂ ਐ ਜੀ ਕੋਈ ਨਹੀਂ ਚੱਲੀ, ਪਰ ਇਹ ਜ਼ਰੂਰ ਚੱਲੀ ਆ ਵੀ ਜਿਹੜੀ ਲੋਕੇਸ਼ਨ ਬਾਹਰਲੇ ਯੂਰੀਏ ਦੀ ਸਾਨੂੰ ਪੰਜਾਬ 'ਚ ਕੀਤੀ ਜਾਂਦੀ ਹੈ, ਜਿਹੜੀ ਫੈਕਟਰੀਆਂ ਦੀ, ਸਾਡੀ ਜਿਹੜੇ ਨੰਗਲ ਆ, ਬਠਿੰਡਾ ਜਿਹੜੇ ਚੱਲਦੇ ਆ, ਵੀ ਇਹ ਲੋਕੇਸ਼ਨ ਉਧਰ ਕਿਉਂ ਕੀਤੀ ਜਾਂਦੀ ਹੈ, ਕਿਰਾਇਆ ਵਾਧੂ ਕਿਉਂ ਪਾਇਆ ਜਾਂਦਾ, ਜਿੱਥੇ ਯੂਰੀਆ ਬਣਦਾ ਉੱਥੇ ਕਿਉਂ ਨਹੀਂ ਦਿੱਤਾ ਜਾਂਦਾ? ਇਹ ਐਤਕੀ ਗੱਲ ਸਾਡੇ ਸਾਹਮਣੇ ਕਿਸਾਨ ਜਥੇਬੰਦੀਆਂ ਆਈ ਹੈ। ਧੰਨਵਾਦ ਕਰਦੇ ਹੋ।